क्या है यहाँ के लोग, क्या है यहाँ की पुलिस, क्या है यहाँ का इंसाफ, क्या मिला मुझे? सिर्फ एक गलती की सजा। मुझे सिर्फ इंसाफ चाहिए। वो जितना तड़प तड़प के गया, मैं चाहती हूँ इंसान भी तड़पे। मैंने देखा है उसको 5 दिन तड़पते हुए, कुछ अपने मन की भी नहीं बोल के गया वो। उसे कैसे भी करके आप हमारा साथ दें, उसे कैसे भी करके ढूंढे, मुझे नहीं पता। अगर इंसाफ ना मिला तो क्या करेंगे? तो एक गोली मेरे को भी मार दे। ਅੰਨੇ ਪਿਆਰ ਦੇ ਵਿੱਚ ਹੋਏ ਕਤਲੇਆਮ ਦੀ ਇੱਕ ਐਸੀ ਦੁੱਖ ਭਰੀ ਦਾਸਤਾਨ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜਿਹਨੂੰ ਦੇਖ ਕੇ ਹਰ ਕਿਸੇ ਦਾ ਦਿਲ ਪਸੀਜ ਜਾਏਗਾ। ਪਰ ਸਵਾਲ ਪੁਲਿਸ ਤੇ ਖੜੇ ਹੁੰਦੇ ਨੇ ਕਿ ਆਖਿਰਕਾਰ ਸਾਡੀ ਪੁਲਿਸ ਇੰਨੀ ਨਿਰਦਈ ਕਿਉਂ ਹੈ। ਸਾਡੇ ਸਮਾਜ 'ਚ ਅਜਿਹੀਆਂ ਘਟਨਾਵਾਂ ਜ਼ਰੂਰ ਹੁੰਦੀਆਂ ਨੇ, ਲੇਕਿਨ ਫਿਲਹਾਲ ਕਾਰਵਾਈ ਕੋਈ ਨਹੀਂ ਹੁੰਦੀ। ਜਿਹੜੀ ਤਸਵੀਰ ਤੁਸੀਂ ਇਸ ਟੀਵੀ ਸਕਰੀਨ ਤੇ ਦੇਖ ਰਹੇ ਹੋ, ਇਸ ਦਾ ਨਾਮ ਵਿਸ਼ੇਸ਼ ਗੁਪਤਾ ਹੈ। ਤਾਂ ਵਿਸ਼ੇਸ਼ ਗੁਪਤੇ ਦਾ ਮਰਡਰ ਇਸ ਕਰਕੇ ਕੀਤਾ ਗਿਆ ਕਿ ਇਸ ਦੇ ਚਚੇਰੇ ਭਾਈ ਦਾ ਇੱਕ ਲੜਕੀ ਦੇ ਨਾਲ ਰਿਸ਼ਤਾ ਹੋਇਆ ਸੀ, ਲੇਕਿਨ ਜਿਸ ਲੜਕੀ ਦੇ ਨਾਲ ਰਿਸ਼ਤਾ ਸੀ ਉਸ ਦਾ ਕਿਤੇ ਅਫੇਅਰ ਸੀ ਔਰ ਉਸ ਦੇ ਆਸ਼ਿਕ ਨੇ ਜਿਹੜਾ ਹੈ ਇਸ ਦਾ ਕਤਲ ਕਰ ਦਿੱਤਾ। ਕਹਾਣੀ ਕਾਫੀ ਉਲਝੀ ਹੋਈ ਹੈ ਕਿਉਂਕਿ ਇਸ ਦਾ ਕਤਲ ਇਸ ਕਰਕੇ ਹੋਇਆ ਕਿ ਜਿਹੜੀ ਪਹਿਚਾਣ ਗਲਤ ਹੋ ਗਈ, ਜਿਸ ਕਰਕੇ ਵਿਸ਼ੇਸ਼ ਦਾ ਕਤਲ ਕਰ ਦਿੱਤਾ ਗਿਆ ਔਰ ਘਟਨਾ ਦੇ 10 ਦਿਨ ਬੀਤ ਜਾਣ ਤੋਂ ਬਾਅਦ ਵੀ ਪੁਲਿਸ ਹਾਲੇ ਕੋਈ ਕਾਰਵਾਈ ਨਹੀਂ ਕਰ ਸਕੀ। ਤਾਂ ਮ੍ਰਿਤਕ ਵਿਸ਼ੇਸ਼ ਦੀ ਜਿਹੜੀ ਪਤਨੀ ਹੈ ਸੋ ਸਾਡੇ ਨਾਲ ਮੌਜੂਦ ਨੇ, ਪਰਿਵਾਰਕ ਮੈਂਬਰ ਸਾਡੇ ਨਾਲ ਮੌਜੂਦ ਨੇ, ਸਾਰੀ ਗੱਲਾਂ ਕਰਾਂਗੇ। ਸਭ ਤੋਂ ਪਹਿਲਾਂ ਤੁਹਾਨੂੰ ਜਾਣਾਂਗੇ ਕਿ ਆਖਿਰਕਾਰ ਮਾਮਲਾ ਕੀ ਹੈ ਜਿਸ ਕਰਕੇ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ। ਦੱਸਣਾ ਚਾਹਾਂਗੇ ਵਿਸ਼ੇਸ਼ ਇੱਕ ਅੰਮ੍ਰਿਤਸਰ ਦੇ ਹਾਈ ਪ੍ਰੋਫਾਈਲ ਪਰਿਵਾਰ ਤੋਂ ਹੈ, ਇੱਕ ਸ਼ਰੀਫ ਪਰਿਵਾਰ ਤੋਂ ਹੈ। ਵਪਾਰੀ ਲੋਕ ਨੇ, ਜਦੋਂ ਘਰ ਜਾ ਰਹੇ ਸੀ ਤਾਂ ਇਹਨਾਂ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ। ਤਾਂ ਉਹਨਾਂ ਦੀ ਪਤਨੀ ਸਾਡੇ ਨਾਲ ਮੌਜੂਦ ਨੇ। ਮੈਡਮ, ਕੀ ਕਹਿਣਾ ਚਾਹੋਗੇ ਜਿਸ ਤਰੀਕੇ ਨਾਲ ਨਿਰਦयता ਨਾਲ ਹੱਤਿਆ ਹੋਈ ਹੈ? 1 ਸਾਲ ਹੋਇਆ ਤੁਹਾਡੀ ਸ਼ਾਦੀ ਨੂੰ, ਕੀ ਕਹੋਗੇ? उसकी कोई गलती नहीं थी। उसकी गलती बस इतनी सी थी कि उस दिन उसने काले रंग के स्वेटर पहना हुआ था और उसके भाई को मारने आने थे और गलती से उसको मार गए। सिर्फ इतनी गलती थी उसकी। ये सब उस लड़की के चक्कर में हुआ है जिसके साथ ये रिश्ता हुआ। उसने हमें अंधेरे में रखा। पहले दिन से हमें, विशेष को तो हमेशा से लगता था कुछ गड़बड़ है, जो इतनी जल्दी मचा रहे हैं, जल्दी मचा रहे हैं। जब कुछ दिनों बाद उसका बॉयफ्रेंड का पता चला तो भी हमने बोला, लेकिन हमें वहाँ के गुरदासपुर के एमएलए और एसएसपी ने कहा कि आप रिश्ता मत तोड़ो। मैं गारंटी लेता हूँ कोई दिक्कत नहीं है, पठानकोट के कोई दिक्कत नहीं है। हमने नहीं तोड़ा। उसके बाद दोबारा धमकी देने आए। उसके चाचा चाची ने भी कहा आप देख लो, अब हम तो आपको समझा सकते हैं, आप नहीं तोड़ोगे तो फिर हमारा लड़का कुछ कर लेगा। तो उसने कत्ल किया? उसी ने कत्ल किया है। 5 गोली मारने इतनी बड़ी कोई दुश्मनी नहीं है कि कोई किसी को 5 गोली मारेगा सिर्फ एक लड़की के पीछे। ਤਾਂ ਉਸ ਨੌਜਵਾਨ ਨਾਲ ਵੀ ਗੱਲ ਕਰਾਂਗੇ। ਤੁਹਾਨੂੰ ਦੱਸਣਾ ਚਾਹਾਂਗੇ ਕਿ ਉਹ ਨੌਜਵਾਨ ਜਿਹੜਾ ਇਸ ਵਕਤ ਤੁਸੀਂ ਦੇਖ ਰਹੇ ਹੋ, ਜਿਹੜਾ ਹੈ ਆਪਣੀ ਟੀਵੀ ਸਕਰੀਨ ਤੇ ਇਸ ਦੇ ਨਾਲ ਉਸ ਲੜਕੀ ਦੀ ਇੰਗੇਜਮੈਂਟ ਹੋਈ ਸੀ। ਤਾਂ ਉਸ ਦੇ ਨਾਲ ਅਸੀਂ ਗੱਲਬਾਤ ਕਰਾਂਗੇ। ਸਰ, ਕੀ ਹੋਇਆ ਸੀ? ਤੁਹਾਡਾ ਰਿਸ਼ਤਾ ਕਿਹਦੇ ਨਾਲ ਹੋਇਆ ਸੀ ਤੇ ਕੀ ਹੋਇਆ? ਮੇਰਾ ਰਿਸ਼ਤਾ ਮਹਿਕ ਨਾਮ ਦੀ ਲੜਕੀ ਨਾਲ ਹੋਇਆ ਸੀ, ਪਠਾਨਕੋਟ ਦੀ ਸੀ। ਤੇ ਰਿਸ਼ਤਾ ਜਿੱਦਾਂ ਸਾਰਿਆਂ ਦਾ ਰਿਸ਼ਤਾ ਹੁੰਦਾ ਉਦਾਂ ਹੀ ਹੋਇਆ ਸੀਗਾ, ਵੱਡਿਆਂ ਦੇ ਲਾਈਕ ਮੁਤਾਬਕ ਜਿੱਦਾਂ ਗੱਲ ਕਰੀ ਦੀ ਐਂਡ ਆਲ। ਤੇ ਸਾਨੂੰ ਪਤਾ ਲੱਗਾ ਸੀਗਾ ਕਿ ਉਹਦਾ ਕੋਈ ਪਾਸਟ ਰਿਲੇਸ਼ਨਸ਼ਿਪ ਹੈਗਾ। ਤੇ ਆਪਾਂ ਲੜਕੀ ਨੂੰ 100 ਵਾਰੀ 200 ਵਾਰੀ 300 ਵਾਰੀ ਪੁੱਛਿਆ ਸੀਗਾ, ਜੇ ਉਹਦਾ ਉਸ ਮੁੰਡੇ ਨਾਲ ਕੋਈ ਚੱਕਰ ਹੈਗਾ ਤੇ ਆਪਾਂ ਪਿੱਛੇ ਹਟ ਜਾਂਦੇ ਹਾਂ। ਇਹ ਗੱਲ ਆਪਾਂ ਰੋਜ਼ ਦਾ, ਮੈਂ ਰੋਜ਼ 20-30 ਵਾਰੀ ਪੁੱਛਦਾ ਸੀਗਾ, ਬਟ ਮੈਨੂੰ ਉਹਨੇ ਹਨੇਰੇ 'ਚ ਰੱਖਿਆ ਤੇ ਮੈਨੂੰ ਇਹਨੇ ਇਹ ਕਿਹਾ ਸੀਗਾ ਕਿ ਮੇਰਾ ਉਹਦੇ ਨਾਲ ਕੁਛ ਨਹੀਂ ਹੈਗਾ ਤੇ ਮੈਂ ਇੱਥੇ ਵਿਆਹ ਕਰਨਾ ਤੇ ਉਹ ਲੜਕਾ ਸਰਫਿਰਾ ਹੈਗਾ ਤੇ ਉਹ ਕੁਛ ਵੀ ਨਹੀਂ ਕਰ ਸਕਦਾ ਕਿ ਤੁਸੀਂ ਕਰ ਲਓ ਮੇਰੇ ਨਾਲ। ਤੇ ਆਪਾਂ ਵੀ ਉਹਦੀ ਗੱਲ ਤੇ ਭਰੋਸਾ ਕਰ ਲਿਆ, ਪਰ ਸਾਨੂੰ ਇਹ ਬਿਲਕੁਲ ਨਹੀਂ ਪਤਾ ਸੀਗਾ ਇੰਨਾ ਵੱਡਾ ਸਟੈਪ ਚੁੱਕਿਆ ਜਾਏਗਾ। ਉਸ ਰਾਤ ਕੀ ਹੋਇਆ ਸੀ? ਉਸ ਰਾਤ ਮੈਂ ਦਫ਼ਤਰ ਤੋਂ ਥੋੜ੍ਹਾ ਜਲਦੀ ਨਿਕਲ ਗਿਆ ਸੀਗਾ, ਸ਼ਾਮੀ 5 ਵਜੇ ਦੇ ਅਰਾਊਂਡ। ਤੇ ਮੇਰਾ ਬ੍ਰਦਰ ਜਿਹੜਾ ਸੀਗਾ ਉਹ 6:30-7 ਵਜੇ ਦੇ ਅਰਾਊਂਡ ਨਿਕਲਿਆ ਸੀਗਾ। ਤੇ ਉਹ ਮਾਰਨ ਤੇ ਮੈਨੂੰ ਹੀ ਆਏ ਸੀਗੇ, ਬਟ ਉਹਨਾਂ ਨੂੰ, ਮੈਂ ਤੇ ਮੇਰੇ ਬ੍ਰਦਰ ਨੇ ਇੱਕੋ ਜਿਹੇ ਕੱਪੜੇ ਪਾਏ ਸੀਗੇ, ਉਹਦੇ ਕਰਕੇ ਉਹਨਾਂ ਨੇ ਮੇਰੇ ਬ੍ਰਦਰ ਤੇ ਸ਼ੂਟ ਕਰਤਾ। ਇਹ ਹੋਇਆ ਸੀਗਾ। ਕਿੰਨੀਆਂ ਗੋਲੀਆਂ ਮਾਰੀਆਂ ਤੁਹਾਡੇ ਬ੍ਰਦਰ ਨੂੰ? ਮੇਰੇ ਬ੍ਰਦਰ ਨੂੰ 5 ਗੋਲੀਆਂ ਮਾਰੀਆਂ ਸੀਗੀਆਂ ਉਹਨਾਂ ਨੇ।
ਜਦੋਂ ਤੁਹਾਡਾ ਇੰਗੇਜਮੈਂਟ ਪੀਰੀਅਡ ਸੀਗਾ ਤਾਂ ਫੋਨ ਤੇ ਅਕਸਰ ਗੱਲ ਕਰਦੇ ਆ, ਤੇ ਫੋਨ ਤੇ ਕੀ ਕਹਿੰਦੀ ਹੁੰਦੀ ਸੀ ਤੁਹਾਨੂੰ ਲੜਕੀ? ਫੋਨ ਤੇ ਮੈਨੂੰ ਉਹਨੇ ਇਹੀ ਕਿਹਾ ਸੀਗਾ ਕਿ ਉਹ ਲੜਕਾ ਮੇਰੇ ਪਾਸ 'ਚ ਹੈਗਾ ਸੀਗਾ, ਤੇ ਮੈਨੂੰ ਮਤਲਬ ਕਿ ਉਹਨੇ ਬੜਾ ਮੈਂ ਕੋਸ਼ਿਸ਼ ਕੀਤੀ ਉਹਨੂੰ ਛੱਡਣ ਦੀ, ਬਟ ਉਹ ਮੈਨੂੰ ਛੱਡਦਾ ਨਹੀਂ ਸੀਗਾ। ਤੇ ਇਨ ਦੀ ਐਂਡ ਮੈਂ ਆਪਣੇ ਪੇਰੈਂਟਸ ਨਾਲ ਵੀ ਗੱਲ ਕੀਤੀ ਹੈ, ਤੇ ਉਹਦੇ ਪੇਰੈਂਟਸ ਨਾਲ ਵੀ ਗੱਲ ਕੀਤੀ ਹੈ, ਤੇ ਸਾਫ਼-ਸਾਫ਼ ਉਹਨੂੰ ਨਾ ਕੀਤੀ ਸੀਗੀ ਸਾਡੇ ਸਾਹਮਣੇ। ਆਪਾਂ ਵੀ ਮੁੰਡੇ ਦੇ ਘਰ ਗਏ ਸੀਗੇ ਇਹ ਗੱਲ ਕਰਨ, ਤੇ ਉਹਨਾਂ ਨੇ ਕਿਹਾ ਸੀਗਾ ਕਿ ਆਪਾਂ ਪਿੱਛੇ ਹਟ ਜਾਾਂਗੇ ਤੇ ਆਪਾਂ ਕੋਈ ਤੰਗ ਨਹੀਂ ਕਰਾਂਗੇ ਤੁਹਾਨੂੰ। ਇਹ ਸਾਰੀ ਗੱਲ ਮੁੰਡੇ ਵਾਲਿਆਂ ਦੇ ਸਾਹਮਣੇ ਹੋਈ ਸੀਗੀ, ਜਿਹੜਾ ਮਤਲਬ ਮੁੰਡੇ ਦੇ ਪੇਰੈਂਟਸ ਦੇ ਸਾਹਮਣੇ। ਮਾਰਨ ਤੁਹਾਨੂੰ ਆਏ ਸੀ? ਤੁਹਾਨੂੰ ਪਹਿਲਾਂ ਉਸ ਲੜਕੇ ਨੇ ਕਦੀ ਥ੍ਰੈਟ ਭੇਜੀ ਸੀ ਜਿਸਨੇ ਕਤਲ ਕੀਤਾ? ਨਹੀਂ, ਮੈਨੂੰ ਉਹਨੇ ਏਦਾਂ ਦੀ ਕੁੱਤੇ ਕੋਈ ਥ੍ਰੈਟ ਨਹੀਂ ਭੇਜੀ, ਪਰ ਉਹਨੇ ਮੇਰੇ ਵੱਡੇ ਪਾਪਾ ਨੂੰ ਬੜੀ ਵਾਰੀ ਮਿਲਿਆ, ਉਹ 2-3 ਵਾਰੀ ਉਹਨੇ ਮੁਲਾਕਾਤ ਕੀਤੀ ਹੈ, ਤੇ ਉਹਨੇ ਇਹੀ ਕਿਹਾ ਸੀਗਾ ਕਿ ਮੈਂ ਇੱਦਾਂ ਕਰ ਦਾਂਗਾ ਉੱਦਾਂ ਕਰਦਾ। ਆਪਾਂ ਸਾਨੂੰ ਲੱਗਿਆ ਕਿ ਇੱਦਾਂ ਕੋਈ ਡਰਾਉਂਦਾ ਤੇ ਧਮਕਾਉਂਦਾ ਪਿਆ, ਤੇ ਆਪਾਂ ਇਸੇ ਚੱਕਰ 'ਚ ਰਿਸ਼ਤਾ ਨਹੀਂ ਛੱਡਿਆ। ਪਰ ਸਾਨੂੰ ਨਹੀਂ ਪਤਾ ਸੀ ਉਹ ਸੱਚੀ 'ਚ ਕੋਈ ਗੈਂਗਸਟਰ ਹੈਗਾ ਜਿਹੜਾ ਇੰਨਾ ਵੱਡਾ ਸਟੈਪ ਚੁੱਕ ਲੇਗਾ ਸਾਡੇ ਅੰਗੇਜ। ਕੀ ਡਿਮਾਂਡ ਕਰਦੇ ਹੋ? ਆਪਾਂ ਜਸਟਿਸ ਚਾਹੁੰਦੇ ਆ, ਉਹਨੂੰ ਜੋ ਸਜ਼ਾ ਦਾ ਪਾਤਰ ਹੈਗਾ ਉਹਨੂੰ ਮਿਲੇ, ਤੇ ਉਹ ਜਲਦੀ ਤੋਂ ਜਲਦੀ ਪੁਲਿਸ ਫੜੇ ਉਹਨੂੰ, ਤੇ ਸਾਡੇ ਭਰਾ ਨਾਲ ਜਿਹੜਾ ਗਲਤ ਹੋਇਆ ਉਹਨੂੰ ਇਨਸਾਫ ਮਿਲੇ। ਤਾਂ ਤੁਸੀਂ ਸਮਝਦੇ ਹੋ ਕਿ ਲੜਕੀ ਦੀ ਇਨਵੋਲਵਮੈਂਟ ਵੀ ਨਾਲ ਹੈਗੀ ਹੈ? ਲੜਕੀ ਦੀ ਜ਼ਰੂਰ ਇਨਵੋਲਵਮੈਂਟ ਹੋਏਗੀ, ਫਿਰ ਜੇ ਇੰਨਾ ਵੱਡਾ ਉਹਨੇ ਸਟੈਪ ਚੁੱਕਿਆ ਹੀ ਹੈ ਤੇ ਉਹਨੂੰ ਸਭ ਪਤਾ ਹੋਏਗਾ ਮੇਰੇ ਬਾਰੇ। ਲੜਕੀ ਨੂੰ ਮੈਂ ਤੇ ਸਭ ਦੱਸਦਾ ਹੁੰਦਾ ਸੀਗਾ, ਮੈਂ ਇੱਥੇ ਹੁੰਨਾ ਮੈਂ ਇੱਥੇ ਹੁੰਨਾ। ਉਹ ਓਬਵੀਅਸਲੀ ਜੇ ਉਹਦੇ ਕੰਟੈਕਟ 'ਚ ਹੋਏਗੀ ਤਾਂ ਹੀ ਉਹਨੇ ਇਹ ਸਭ ਇੰਨਾ ਵੱਡਾ ਸਟੈਪ ਚੁੱਕਿਆ। ਉਸ ਟਾਈਮ ਤੇ ਸਾਨੂੰ ਪਤਾ ਨਹੀਂ ਸੀਗਾ ਕੁਝ, ਬਟ ਆਫਟਰ ਆਲ ਜਦੋਂ ਲੋਕਾਂ ਦੀ ਗੱਲਾਂ ਸੁਣੀਆਂ ਕਿ ਇਨਵੋਲਵ ਹੈਗੇ ਸੀ, ਤਾਂ ਹੁਣ ਆਈ ਐਮ ਆਲਸੋ 100% ਸ਼ੋਰ ਕਿ ਸ਼ਾਇਦ ਪੱਕਾ ਇਨਵੋਲਵ ਹੈਗੇ ਸੀ, ਜਿਹੜਾ ਇੰਨਾ ਵੱਡਾ ਕਾਂਡ ਹੋ ਗਿਆ ਸਾਡੇ ਨਾਲ। ਤਾਂ ਤੁਹਾਨੂੰ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਉਸ ਨੌਜਵਾਨ ਦੀਆਂ ਨੇ ਜਿਸ ਦਾ ਕਤਲ ਹੋ ਚੁੱਕਾ ਹੈ। ਤਾਂ ਕਤਲ ਦੀ ਵਜ੍ਹਾ ਤੁਹਾਨੂੰ ਦੱਸੀ ਹੈ ਕਿ ਇਸ ਨੌਜਵਾਨ ਜਿਹੜਾ ਸ਼ਿਵਮ ਤੁਸੀਂ ਇਸ ਵਕਤ ਦੇਖ ਰਹੇ ਹੋ, ਜਿਹੜਾ ਨੌਜਵਾਨ ਹੈ ਇਸ ਦੀ ਰਿਸ਼ਤਾ ਹੋਇਆ ਸੀ। ਇਸ ਨੌਜਵਾਨ ਨੂੰ ਮਾਰਨ ਵਾਸਤੇ ਉਸ ਲੜਕੀ ਦੇ ਆਸ਼ਿਕ ਨੇ ਸੁਪਾਰੀ ਦਿੱਤੀ, ਕੁਝ ਸੀਰੀਅਲ ਕਿਲਰਸ ਨੂੰ ਸੱਦਿਆ, ਸ਼ਾਰਪ ਸ਼ੂਟਰਸ ਨੂੰ ਸੱਦਿਆ, ਔਰ ਉਸ ਤੋਂ ਬਾਅਦ ਜਿਹੜਾ ਹੈ ਇਸ ਦੀ ਬਜਾਏ ਇਸ ਦੇ ਭਰਾ ਦਾ ਕਤਲ ਕਰ ਦਿੱਤਾ ਗਿਆ। ਦੱਸਣਾ ਚਾਹਾਂਗੇ ਕਿ ਜਿਹੜਾ ਵਿਸ਼ੇਸ਼ ਹੈ ਸ਼ਿਵਮ ਦੇ ਚਾਚਾ ਜੀ ਦਾ ਲੜਕਾ ਹੈ, ਜਿਸ ਕਰਕੇ ਜਿਹੜਾ ਹੈ ਉਸ ਨੂੰ ਜਿਹੜਾ ਹੈ ਕਤਲ ਕਰ ਦਿੱਤਾ ਗਿਆ। ਫਿਲਹਾਲ ਤੁਸੀਂ ਵੇਖ ਸਕਦੇ ਹੋ ਕਿ ਮ੍ਰਿਤਕ ਦੀ ਪਤਨੀ ਇਸ ਵਕਤ ਹੱਥ 'ਤੇ ਤਸਵੀਰ ਲੈ ਕੇ ਬੈਠੀ ਹੈ, ਤਾਂ ਸਿਰਫ ਇੱਕ ਯਾਦਾਂ ਨੇ ਮਨ 'ਚ, ਲੇਕਿਨ ਫਿਲਹਾਲ ਇਹਨਾਂ ਅੱਖਾਂ 'ਚ ਇਹਨਾਂ ਪਰਿਵਾਰ ਦੇ ਵਿੱਚ ਇੱਕੋ ਚੀਜ਼ ਹੈ ਕਿ ਇਨਸਾਫ ਹੋਣਾ ਚਾਹੀਦਾ ਹੈ। ਮੈਡਮ ਕੀ ਕਹਿਣਾ ਚਾਹੋਗੇ? ਸਾਡੇ ਦੇਸ਼ 'ਚ ਬਹੁਤ ਸਾਰੀਆਂ ਗੱਲਾਂ ਕੀਤੀਆਂ ਜਾਂਦੀਆਂ ਕਿ ਇਨਸਾਫ ਮਿਲੇਗਾ, ਤੁਹਾਨੂੰ ਕੋਈ ਉਮੀਦ है सरकारों को? किसे को गए तुसी की कहना चाहोगे? आज 13 दिन हो गए हैं, हमें आश्वासन तो हर दिन दिया जाता है, कल पकड़ा जाएगा कल पकड़ा जाएगा, आज ये हो रहा है आज वो हो रहा है, लेकिन अब तक नहीं है वो, उसका कुछ अता पता नहीं, अब तक पुलिस की गिरफ्त में नहीं आया है। और किसी की शरण में तो है ना जो अब तक बचा हुआ है 13 दिन तक। इतना आसान थोड़ी है ऐसे किसी को भी मार के छुप जाना बिना किसी वजह से। आज हम मैं कल को कोई और नहीं हो सकता। कहाँ है ये सेफ नहीं फील होता है मुझे शहर में। अब मैं शहर की नहीं हूँ, मैं सिर्फ इसके पीछे यहाँ आई थी। क्या है यहाँ के लोग, क्या है यहाँ की पुलिस, क्या है यहाँ का इंसाफ, क्या मिला मुझे? सिर्फ एक गलती की सजा। मुझे सिर्फ इंसाफ चाहिए। वो जितना तड़प के गया, मैं चाहती हूँ इंसान भी तड़पे। मैंने देखा है उसको 5 दिन तड़पते हुए, कुछ अपने मन की भी नहीं बोल के गया वो। उसे कैसे भी करके आप हमारा साथ दें, उसे कैसे भी करके ढूंढे, मुझे नहीं पता। मुझे सिर्फ आप लोगों का सहारा है। आप इस न्यूज को इतना आगे फैलाएं कि वो जहां भी है वो हमारी गिरफ्त में आए। इतना आसान नहीं होता किसी को 5 बार गोली मार देना। पुलिस ने आपकी बात हुई, पुलिस ने क्या कहा? वो हमारा साथ दे रहे हैं, वो बोल रहे हैं कि हम ढूंढ रहे हैं, पहुंच जाएंगे, बहुत जल्दी पकड़े जाएंगे, लेकिन दिन बीतते जा रहे हैं और कोई ना कोई उसको सपोर्ट जरूर है। अगर इंसाफ ना मिला तो क्या करेंगे? तो एक गोली मेरे को भी मार दे। इतना आसान है ना आप लोग के शहर में किसी को मार के जाना, तो एक गोली मुझे भी मरवा दे।
इतनी प्रार्थना है मेरी आपसे, क्योंकि मैं जीते जी तो भूल नहीं पाऊंगी ये जो सब हुआ है। ऐसे नहीं होता है किसी के साथ। लेकिन आज मैं हूं, मेरा परिवार है, कल आपका भी होगा, ये भी याद रखना। बद्दुआ है मेरी सबको। ਤੁਹਾਨੂੰ ਦਿਖਾਇਆ ਕਿ ਇੱਕ ਦਰਦ ਬਿਆਨ ਕਰਦੀ ਹੋਈ ਇੱਕ ਲੜਕੀ ਜਿਹੜੀ ਹੈ ਆਪਣੇ ਪਤੀ ਦੀ ਤਸਵੀਰ ਹੱਥ ਫੜ ਕੇ ਬੈਠੀ ਹੈ, ਪਰ ਮੰਗ ਇੱਕ ਹੀ ਹੈ ਕਿ ਸਾਨੂੰ ਇਨਸਾਫ ਚਾਹੀਦਾ ਹੈ। ਤਾਂ ਉਸਦੇ ਪਤੀ ਨੂੰ ਸ਼ਰੇਆਮ ਸੜਕ ਤੇ 5 ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ। ਤਾਂ ਉਹਦਾ ਕਸੂਰ ਇਹੋ ਹੀ ਸੀ ਕਿ ਉਸਦੇ ਬ੍ਰਦਰ ਦੀ ਕਿਤੇ ਇੰਗੇਜਮੈਂਟ ਹੋਈ ਸੀ, ਤਾਂ ਉਸ ਰਿਸ਼ਤੇ ਨੂੰ ਉਸਦਾ ਆਸ਼ਿਕ ਪਰਿਵਾਰ ਨਹੀਂ ਸੀ ਕਰਦਾ, ਜਿਸ ਕਰਕੇ ਉਸਨੇ ਮਾਰਨਾ ਇੱਕ ਭਰਾ ਨੂੰ ਸੀ, ਲੇਕਿਨ ਦੂਸਰੇ ਭਰਾ ਦਾ ਕਤਲ ਕਰ ਦਿੱਤਾ ਗਿਆ। ਲੇਕਿਨ ਫਿਲਹਾਲ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਕੋਈ ਗ੍ਰਿਫਤਾਰੀ ਨਹੀਂ ਕੀਤੀ ਜਾ ਸਕੀ ਹੈ। ਪੁਲਿਸ ਬਹੁਤ ਸਾਰੇ ਆਸ਼ਵਾਸਨ ਦਿੰਦੀ ਹੈ ਕਿ ਇਸ ਮਾਮਲੇ ਵਿੱਚ ਗ੍ਰਿਫਤਾਰੀ ਹੋਏਗੀ, ਲੇਕਿਨ ਗ੍ਰਿਫਤਾਰੀ ਨਹੀਂ ਹੋ ਪਾਈ। ਫਿਲਹਾਲ ਇਸ ਮਾਮਲੇ ਦੇ ਵਿੱਚ ਪੰਜਾਬ ਦੇ ਡਿਪਟੀ ਸੀਐਮ ਨਵਜੋਤ ਸਿੰਘ ਸਿੱਧੂ ਹਣਾ ਨੂੰ ਵੀ, ਡਿਪਟੀ ਸੀਐਮ ਓਮ ਪ੍ਰਕਾਸ਼ ਸੋਨੀ ਔਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੱਕ ਨੂੰ ਇਸ ਮਾਮਲੇ ਬਾਰੇ ਪੂਰੀ ਜਾਣਕਾਰੀ ਹੈ। ਲੀਡਰ ਸਾਹਿਬਾਨ ਸਾਰੇ ਇਸ ਕੇਸ ਬਾਰੇ ਜਾਣੂ ਹੈ, ਕਿਉਂਕਿ ਇੱਕ ਸ਼ਹਿਰ ਦਾ ਵੱਡਾ ਮਸਲਾ ਹੈ। ਲੇਕਿਨ ਇਸ ਮਾਮਲੇ ਦੇ ਵਿੱਚ ਕੋਈ ਵੀ ਗ੍ਰਿਫਤਾਰੀ ਹਾਲੇ ਸੰਭਵ ਨਹੀਂ ਹੋ ਪਾਈ ਹੈ। ਪੁਲਿਸ ਕੇਵਲ ਆਸ਼ਵਾਸਨ ਦੇ ਰਹੀ ਹੈ ਕਿ ਛੇਤੀ ਹੀ ਦੋਸ਼ੀਆਂ ਨੂੰ ਫੜ ਲਿੱਤਾ ਜਾਏਗਾ, ਲੇਕਿਨ ਫਿਲਹਾਲ ਕੋਈ ਵੀ ਦੋਸ਼ੀ ਹਾਲੇ ਗ੍ਰਿਫਤਾਰ ਨਹੀਂ ਹੋਇਆ। ਲੇਕਿਨ ਇਨਸਾਫ ਦੀ ਮੰਗ ਲਗਾਤਾਰ ਪਰਿਵਾਰ ਵੱਲੋਂ ਕੀਤੀ ਜਾ ਰਹੀ ਹੈ। ਆਓ ਜਾਣਿਆ ਕੀ ਕਹਿਣਾ ਇਸ ਮਾਮਲੇ 'ਚ ਪੁਲਿਸ ਦਾ। 302 ਇਹ 302 ਦਾ ਪਹਿਲਾਂ ਤਾਂ 307 ਗੋਲੀਆਂ ਵੱਜੀਆਂ ਸੀ ਚਪੜਾਂ ਰੋਡ ਤੇ। ਉਹਦੀ ਹਾਲਤ ਨਾ ਠੀਕ ਹੋਣ ਕਰਕੇ ਉਹਦੀ ਡੈਥ ਹੋ ਗਈ ਸੀ ਮੁੰਡੇ ਦੀ। ਪਰ ਅਸੀਂ ਉਹ 'ਚ ਮੇਨ ਅਕਿਊਜ਼ ਜਿਹੜਾ ਕੌਂਸਪੀਰੇਟਰ ਸੀ ਉਹ ਕਰਨਦੀਪ ਸੀ। ਉਹਦੇ ਬਿਹਾਫ 'ਤੇ ਅਸੀਂ ਰੈਸਟੋਰੈਂਟ ਮਾਨਯੋਗ ਜੱਜ ਸਾਹਿਬ ਕੋਲ ਅਸੀਂ ਕਰਵਾ ਲਿਆ। ਅਤੇ ਜਿਹੜੇ ਉਹਦੇ ਰਿਲੇਸ਼ਨ ਆ, ਕੋਈ ਜਿਹੜੇ ਪਹਿਲਾਂ ਰਿਲੇਸ਼ਨ ਆ ਰਹੇ ਆ ਸ਼੍ਰੀਨਗਰ ਐਂਡ ਦਿੱਲੀ, ਉਹ 'ਚ ਅਸੀਂ ਰੇਦਾਂ ਆਊਟ ਆਫ ਸਟੇਟ ਮਾਨਯੋਗ ਟੀਮਾਂ ਭੇਜਣਾ। ਸਰ ਕਾਰਨ ਕੀ ਸੀ? ਕਾਰਨ ਇਹਨਾਂ ਦਾ ਕੋਈ ਪਹਿਲਾਂ ਇਹਨਾਂ ਦਾ ਕੋਈ ਝਗੜਾ ਹੋਇਆ ਸੀ ਕੋਈ ਰਿਸ਼ਤੇ ਦੇ ਸੰਬੰਧ 'ਚ। ਉਹਦੇ ਕਰਕੇ ਵਜ੍ਹਾ ਰੰਜਿਸ਼ ਇਹ ਹੋਈ ਕਿ ਉਹ ਰਿਸ਼ਤਾ ਉਹਦਾ ਜਿਹੜੀ ਇਹਦੀ ਲੜਕੀ ਨਾਲ ਹੋਣਾ ਸੀ, ਉਹਦਾ ਪਹਿਲਾਂ ਉਹਦੇ ਨਾਲ ਹੋਣਾ ਸੀ, ਉਹ ਨਾ ਹੋਣ ਕਰਕੇ ਉਹਨੇ ਕੰਮ ਕੀਤਾ। ਪਰ ਉਹਦਾ ਕਤਲ ਕਰਨ ਕਿਹਦਾ ਕਤਲ ਕਰਨਾ ਆਇਆ ਸੀ? ਕਤਲ ਉਹ ਕਰਨ ਆਇਆ ਸੀ ਸ਼ਿਵਮ ਦਾ, ਤੇ ਗਲਤੀ ਇੱਕੋ ਜੇ ਦੋਵੇਂ ਬੈਠੇ ਸੀ, ਉਹ ਵਿਸ਼ੇਸ਼ ਨੂੰ ਗੋਲੀਆਂ ਮਾਰੀਆਂ। ਵਿਸ਼ੇਸ਼ ਨੂੰ ਸਰ ਉਹ ਕਹਿੰਦੇ ਲੜਕੀ ਦੀ ਵੀ ਇਨਵੋਲਵਮੈਂਟ ਪਾਈ ਗਈ, ਲੜਕੀ ਦੇ ਵੀ ਪਰਚਾ? ਲੜਕੀ ਦੇ ਹਜੇ ਵੈਰੀਫਾਈ ਕਰ ਰਹੇ ਆ ਜੀ, ਕਾਲ ਟੇਲਾਂ ਸਾਰਾ ਉਹਦੇ ਰਿਲੇਸ਼ਨ ਕੀ ਹੈ ਕਿ ਉਹਨੇ ਨਾ ਕਿਤੇ ਕਰਾਇਆ, ਸਾਰਾ ਵੈਰੀਫਾਈ ਹੋਣ ਡਿਆ, ਅੰਡਰ ਇਨਵੈਸਟੀਗੇਸ਼ਨ ਹੈ, ਜੋ ਵੀ ਸਾਹਮਣੇ ਆਏਗਾ। ਤੇ ਸਰ ਹਾਲੇ ਗ੍ਰਿਫਤਾਰੀ ਕਿਉਂ ਨਹੀਂ? ਪਰਿਵਾਰ ਵਾਲੇ ਕਹਿੰਦੇ 10 ਦਿਨ ਤੋਂ ਉੱਤੇ ਦਾ ਸਮਾਂ ਹੋ ਗਿਆ। ਅਸੀਂ ਵੀ ਹਰ ਐਂਗਲ ਤੋਂ ਦੇਖੋ, ਹਰ ਉਹਨਾਂ ਦੇ ਅਸੀਂ ਲਗਭਗ 100 ਬੰਦਿਆਂ ਦੀ ਜਿਹੜੇ ਉਹਦੇ ਰਿਲੇਸ਼ਨ ਸੀ ਪੁੱਛਗਿੱਛ ਕਰ ਚੁੱਕੇ ਹਾਂ, ਉਹਨਾਂ ਦੇ ਟਿਕਾਣਿਆਂ 'ਤੇ ਰੇਡਾਂ ਮਾਰ ਚੁੱਕੇ ਹਾਂ ਜਿੱਥੇ ਵੀ ਹੋ ਸਕਦਾ। ਬਹੁਤ ਹੀ ਜਲਦੀ ਅਸੀਂ ਜਿਹੜੀਆਂ ਹੁਣ ਆਊਟ ਆਫ ਸਟੇਟ ਵੀ ਭੇਜਾਂਗੇ ਕਿ ਸ਼ਾਇਦ ਸਾਨੂੰ ਇਹ ਵੀ ਹੋਏ ਕਿ ਆਊਟ ਆਫ ਸਟੇਟ ਜਿਹੜੇ ਰਿਲੇਸ਼ਨ ਉਹਨਾਂ ਕੋਲ ਨਾ ਗਿਆ ਹੋਏ, ਇੱਥੇ ਜਾ ਕੇ ਹੋਏ। ਸ਼੍ਰੀਨਗਰ ਨਾਲ ਕੀ ਸੰਬੰਧ ਨਿਕਲੇ? ਸ਼੍ਰੀਨਗਰ ਉਹਦਾ ਦੋਸਤ ਹੈ, ਸਾਥੀ, ਬਹੁਤ ਇੱਕ ਘਰ ਅਕਸਰ ਆਉਣਾ ਜਾਣਾ ਸੀ, ਉਹਨਾਂ ਪੜ੍ਹਦਾ ਵੀ ਰਿਹਾ। ਸਾਨੂੰ ਮੇਨ ਸਸਪੈਕਟ ਇਹੋ ਹੀ ਹੈ ਕਿ ਉਹ ਉਹਦੇ ਘਰ ਨਾ ਗਿਆ ਹੋਏ। ਕਤਲ ਦਾ ਕਾਰਨ ਕੀ ਸੀ? ਕਤਲ ਦਾ ਕਾਰਨ ਇਹੋ ਹੀ ਕਿ ਕੋਈ ਇਹਨਾਂ ਦੀ ਪਹਿਲਾਂ ਵੀ ਦਰਖਾਸਤ ਚੱਲਦੀ ਸੀ ਪਠਾਨਕੋਟ, ਉਹਦੇ ਕਰਕੇ ਇਹਨਾਂ ਦਾ ਰਾਜੀਨਾਮਾ ਵੀ ਹੋਇਆ ਸੀ। ਅਤੇ ਰਾਜੀਨਾਮਾ ਤੋਂ ਬਾਅਦ ਸ਼ਾਇਦ ਉਹਦੇ ਵਿੱਚ ਕੋਈ ਉਹਨੂੰ ਲੱਗਦਾ ਹੋਏ ਕਿ ਮੇਰਾ ਲੜਕੀ ਨਾਲ ਰਿਸ਼ਤਾ ਇਹ ਕਰ ਰਹੇ ਆ। ਪਹਿਲਾਂ ਵੀ ਇਹਨੂੰ ਧਮਕੀਆਂ ਥ੍ਰੈਟਨ ਵੀ ਆਉਂਦੀਆਂ ਸੀ, ਇਹਨਾਂ ਦੀ ਥ੍ਰੈਟਨ ਕਰਕੇ ਇਹਨਾਂ ਦੀ ਦਰਖਾਸਤ ਵੀ ਪਠਾਨਕੋਟ ਚੱਲਦੀ ਸੀ। ਉਸੇ ਬਿਹਾਫ 'ਤੇ ਕੋਈ ਹਜੇ ਮੇਨ ਰੀਜ਼ਨ ਜਦੋਂ ਦੋਸ਼ੀ ਫੜਿਆ ਜਾਊਗਾ ਫਿਰ। ਤਾਂ ਤੁਸੀਂ ਦੇਖਿਆ ਕਿ ਇਸ ਮਾਮਲੇ 'ਚ ਪੁਲਿਸ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਛੇਤੀ ਹੀ ਇਨਸਾਫ ਹੋਏਗਾ, ਲੇਕਿਨ ਵੱਡਾ ਸਵਾਲ ਹੈ ਕਿ ਆਖਿਰਕਾਰ ਦੋਸ਼ੀ ਕਦੋਂ ਫੜਿਆ ਜਾਏਗਾ। ਦੱਸਿਆ ਜਾ ਰਿਹਾ ਹੈ ਕਿ ਜਿਹੜਾ ਦੋਸ਼ੀ ਹੈ ਉਸਦੇ ਪਿੱਛੇ ਕੋਈ ਪੋਲੀਟੀਕਲ ਸਪੋਰਟ ਹੈ, ਜਿਸ ਕਰਕੇ ਉਹ ਬਚਦਾ ਹੋਇਆ ਨਜ਼ਰ ਆ ਰਿਹਾ ਹੈ। ਲੇਕਿਨ ਸ਼ਰੇਆਮ ਇੱਕ ਛੋਟੀ ਜੀ ਇੱਕ ਪਰਿਵਾਰਕ ਮਸਲੇ ਨੂੰ ਲੈ ਕੇ, ਇੱਕ ਅੰਨੇ ਪਿਆਰ ਨੂੰ ਲੈ ਕੇ ਸ਼ਰੇਆਮ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਜਾਂਦਾ ਹੈ। ਇੱਕ ਵਪਾਰੀ ਆਦਮੀ ਹੈ, ਕਿਸੇ ਤਰ੍ਹਾਂ ਦਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੈ, ਸ਼ਹਿਰ ਦੇ ਲੋਕ ਨੇ, ਲੇਕਿਨ ਇੱਕ ਅੰਨੇ ਪਿਆਰ ਨੇ ਇੱਕ ਬੇਦਰਦੀ ਨਾਲ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ। ਫਿਲਹਾਲ ਇਸ ਮਾਮਲੇ ਦੇ ਵਿੱਚ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਹੈ। ਉਹਨਾਂ ਦਾ ਕਹਿਣਾ ਹੈ ਕਿ ਅਗਰ ਇਨਸਾਫ ਨਹੀਂ ਮਿਲਿਆ ਤਾਂ ਉਹ ਉਹਨਾਂ ਨੂੰ ਵੀ ਮਾਰ ਦੇਣ। ਤਾਂ ਫਿਲਹਾਲ ਹੁਣ ਦੇਖਣਾ ਹੋਏਗਾ ਕਿ ਆਪਣੇ ਦਾਅਵੇ ਕਰਨ ਵਾਲੀ ਪੰਜਾਬ ਪੁਲਿਸ ਕਦੋਂ ਇਸ ਪਰਿਵਾਰ ਨੂੰ ਇਨਸਾਫ ਦਿਵਾਉਂਦੀ ਹੈ।